ਸਤਿ ਸ੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਤੁਹਾਡਾ ਸਾਰਿਆਂ ਦਾ ਸਵਾਗਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ। ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰਸ ਨੇ ਰੀਅਲ ਐਸਟੇਟ ਬ੍ਰੋਕਰ ਮੋਹਨ ਚੀਮਾ, ਰੀਅਲ ਐਸਟੇਟ ਦੀ ਦੁਨੀਆ ਦਾ ਮੰਨਿਆ ਪਰਮੰਨਿਆ ਨਾਂ। ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ। ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਨਾਲ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਫਾਇਦਾ ਹੋਵੇਗਾ। ਸਿੰਗਾਪੁਰ ਤੋਂ ਭਾਰਤੀਆਂ ਲਈ ਆਈ ਖੁਸ਼ਖਬਰੀ। ਕੋਰੋਨਾ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਮਿਲੇਗੀ ਇਹ ਛੋਟ। ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਭਾਰਤ ਲਈ ਲੈਵਲ 1 ਕੋਵਿਡ-19 ਯਾਤਰਾ ਸਲਾਹ ਕੀਤੀ ਜਾਰੀ। ਬਾਈਡਨ ਨੇ ਸ਼ੀ ਨਾਲ ਕੀਤੀ ਆਨਲਾਈਨ ਬੈਠਕ, ਕਿਹਾ ਸਾਡੇ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ 'ਚ ਨਾ ਬਦਲੇ। ਅਮਰੀਕਾ ਸਕੂਲ ਨੇੜੇ ਹੋਈ ਗੋਲਾਬਾਰੀ 'ਚ 6 ਨੌਜਵਾਨ ਜ਼ਖਮੀ। ਅਮਰੀਕਾ ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਸੜਕ ਹਾਦਸੇ ਵਿੱਚ ਮੌਤ। ਤੇ ਹੁਣ ਖਬਰਾਂ ਦਾ ਵਿਸਥਾਰ। ਸਿੱਖ ਸੰਗਤ ਲਈ ਵੱਡੀ ਖੁਸ਼ਖਬਰੀ ਹੈ। ਕੇਂਦਰ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਤੇ ਕੱਲ੍ਹ ਤੋਂ ਯਾਨੀ 17 ਨਵੰਬਰ ਤੋਂ ਸ਼੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਹੁਣ ਸਿੱਖ ਸੰਗਤਾਂ 17 ਨਵੰਬਰ ਤੋਂ ਬਾਅਦ ਸ਼੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਮਨਾਉਣ ਦੇ ਲਈ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਜਾ ਸਕਦੀਆਂ ਨੇ। ਇਹ ਲਾਂਘਾ 17 ਨਵੰਬਰ ਤੋਂ ਖੁੱਲ੍ਹਣ ਨਾਲ ਸਿੱਖ ਸੰਗਤਾਂ ਨੂੰ ਵੱਡਾ ਫਾਇਦਾ होगा। अभी देश के गृह मंत्री जी द्वारा ये जानकारी दी गई कि कल से करतारपुर कॉरिडोर के माध्यम से करतारपुर के दर्शन दिदारे खोले जा रहे हैं। ये हम सब के लिए बहुत बड़ी खबर भी और बड़ी खुशी की बात भी है, क्योंकि लगभग 2.25 साल बाद ये संभव होने जा रहा है, जहां अब संगत बिना वीज़े के गुरु नानक देव पातशाह जी के उस महान स्थान करतारपुर साहब के दर्शन कर पाएगी। वहीं ये हम सिखों के लिए इसलिए भी जरूरी था क्योंकि एक संदेश भी देता है कि सरकार और देश के लोग कितने चिंतित हैं जब हमारे धार्मिक स्थान और धर्म की बात आती है। मैं देश के प्रधानमंत्री जी का और गृह मंत्री जी का और उन सब लोगों का धन्यवाद करता हूं जिन्होंने इस करतारपुर साहिब लांघा खुलवाने में यत्न किए और अपनी कोशिशें की। मैं एक बार फिर से सबको बहुत बहुत बधाई देता हूं इस खुशखबरी के लिए, ताकि अब हम सब लोग गुरु नानक देव पातशाह जी के इस महान स्थान के दर्शन दिदारे बिना वीज़े के जाकर कर पाएंगे। ਸਿੰਗਾਪੁਰ 29 ਨਵੰਬਰ ਤੋਂ ਭਾਰਤ ਅਤੇ ਇੰਡੋਨੇਸ਼ੀਆ ਦੇ ਪੂਰੀ ਤਰ੍ਹਾਂ ਟੀਕਾਕਰਨ ਵਾਲੇ ਯਾਤਰੀਆਂ ਲਈ ਕੁਆਰੰਟੀਨ ਮੁਕਤ ਯਾਤਰਾ ਦੀ ਇਜਾਜ਼ਤ ਦੇਣ ਦੀ ਯੋਜਨਾ ਬਣਾ ਰਿਹਾ ਹੈ। ਇਸ ਨਾਲ ਸਿੰਗਾਪੁਰ ਉਮੀਦ ਕਰ ਰਿਹਾ ਹੈ ਕਿ ਉਸ ਨੂੰ ਇੱਕ ਅੰਤਰਰਾਸ਼ਟਰੀ ਕਨੈਕਟੀਵਿਟੀ ਹੱਬ ਵਜੋਂ ਆਪਣਾ ਦਰਜਾ ਦੁਬਾਰਾ ਹਾਸਿਲ ਕਰਨ ਵਿੱਚ ਮਦਦ ਮਿਲੇਗੀ। ਸੋਮਵਾਰ ਨੂੰ ਮੀਡੀਆ 'ਚ ਅਜਿਹੀ ਖਬਰ ਆਈ। ਚੈਨਲ ਨਿਊਜ਼ ਏਸ਼ੀਆ ਦੀ ਖਬਰ ਮੁਤਾਬਿਕ ਇਸ ਸਮੇਂ ਕੈਨੇਡਾ, ਆਸਟ੍ਰੇਲੀਆ ਤੇ ਜਰਮਨੀ ਸਮੇਤ 13 ਅਜਿਹੇ ਦੇਸ਼ ਨੇ ਜੋ ਸਿੰਗਾਪੁਰ ਦੇ ਵੈਕਸੀਨੇਟਿਡ ਟਰੈਵਲ ਲੇਨ VTL ਦੇ ਅਧੀਨ ਆਉਂਦੇ ਨੇ। ਸਟ੍ਰੇਟ ਟਾਈਮਜ਼ ਨੇ ਰਿਪੋਰਟ ਦਿੱਤੀ ਹੈ ਕਿ ਭਾਰਤ ਅਤੇ ਇੰਡੋਨੇਸ਼ੀਆ ਤੋਂ ਆਉਣ ਵਾਲੇ ਯਾਤਰੀ 29 ਨਵੰਬਰ ਤੋਂ ਕੁਆਰੰਟੀਨ ਮੁਕਤ ਯਾਤਰਾ ਯੋਜਨਾ ਤਹਿਤ ਸਿੰਗਾਪੁਰ ਵਿੱਚ ਕਦਮ ਰੱਖ ਸਕਣਗੇ। ਇਸ ਤੋਂ ਇਲਾਵਾ ਕਤਰ, ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੇ ਯਾਤਰੀ VTL ਸਕੀਮ ਤਹਿਤ 6 ਦਸੰਬਰ ਤੋਂ ਸਿੰਗਾਪੁਰ ਵਿੱਚ ਦਾਖਲ ਹੋ ਸਕਣਗੇ। VTL ਤਹਿਤ ਯਾਤਰੀਆਂ ਨੂੰ ਸਿੰਗਾਪੁਰ ਪਹੁੰਚਣ ਤੇ ਹੋਮ ਸਟੇ ਇਕਾਂਤਵਾਸ ਨੋਟਿਸ ਨਹੀਂ ਦਿੱਤਾ ਜਾਂਦਾ। ਇਸ ਦੀ ਬਜਾਏ ਉਹਨਾਂ ਨੂੰ ਯਾਤਰਾ ਤੇ ਰਵਾਨਾ ਹੋਣ ਤੋਂ ਪਹਿਲਾਂ 2 ਦਿਨਾਂ ਦੇ ਅੰਦਰ ਕੀਤੇ ਗਏ ਟੈਸਟ ਦੀ ਰਿਪੋਰਟ ਪੇਸ਼ ਕਰਨੀ ਹੋਵੇਗੀ ਤੇ ਪਹੁੰਚਣ ਤੇ ਉਹਨਾਂ ਨੂੰ PCR ਟੈਸਟ ਕਰਵਾਉਣਾ ਹੋਏਗਾ। ਸੋਮਵਾਰ ਨੂੰ ਕੋਵਿਡ-19 ਮਲਟੀ ਮਿਨਿਸਟਰੀਅਲ ਟਾਸਕ ਫੋਰਸ ਦੀ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ ਟਰਾਂਸਪੋਰਟ ਮੰਤਰੀ S ਈਸ਼ਵਰਨ ਨੇ ਕਿਹਾ ਕਿ ਸਿੰਗਾਪੁਰ ਤੇ ਭਾਰਤ ਟੀਕਾਕਰਨ ਸਰਟੀਫਿਕੇਟਾਂ ਦੀ ਆਪਸੀ ਮਾਨਤਾ ਤੇ ਵਿਚਾਰ ਕਰ ਰਹੇ ਨੇ। ਭਾਰਤ ਨੇ 12 ਨਵੰਬਰ ਤੋਂ ਸਿੰਗਾਪੁਰ ਵੱਲੋਂ ਟੀਕਾਕਰਨ ਸਰਟੀਫਿਕੇਟ ਨੂੰ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ ਹੈ। ਸਿੰਗਾਪੁਰ ਸਿਵਲ ਐਵੀਏਸ਼ਨ ਅਥਾਰਟੀ ਨੇ ਇੱਕ ਰਿਲੀਜ਼ ਵਿੱਚ ਕਿਹਾ ਕਿ VTL ਦੇ ਇੱਕ ਪੜਾਅ ਦਾ ਵਿਸਤਾਰ ਕਰਨ ਨਾਲ ਉਸ ਨੂੰ ਜਨਤਕ ਸਿਹਤ ਨਾਲ ਸਮਝੌਤਾ ਕੀਤੇ ਬਿਨਾਂ ਹਵਾਈ ਯਾਤਰਾ ਦੀ ਸੁਰੱਖਿਆ ਨੂੰ ਬਹਾਲ ਕਰਨ ਦੀ ਇਜਾਜ਼ਤ ਮਿਲਦੀ ਹੈ ਅਤੇ ਇਸ ਨਾਲ ਸਿੰਗਾਪੁਰ ਨੂੰ ਗਲੋਬਲ ਕਨੈਕਟੀਵਿਟੀ ਦੇ ਨਾਲ ਅੰਤਰਰਾਸ਼ਟਰੀ ਹਵਾਬਾਜ਼ੀ ਹੱਬ ਦੇ ਦਰਜੇ ਤੇ ਫਿਰ ਤੋਂ ਦਾਅਵਾ ਕਰਨ ਅਤੇ ਉਸ ਨੂੰ ਪ੍ਰਾਪਤ ਕਰਨ ਵਿੱਚ ਮਦਦ ਮਿਲੇਗੀ।
US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਦੁਆਰਾ ਭਾਰਤ ਅਤੇ ਪਾਕਿਸਤਾਨ ਦੀ ਯਾਤਰਾ ਕਰਨ ਵਾਲੇ ਅਮਰੀਕੀ ਨਾਗਰਿਕਾਂ ਲਈ ਇੱਕ ਸਲਾਹ ਜਾਰੀ ਕੀਤੀ ਗਈ ਹੈ। CDS ਨੇ ਭਾਰਤ ਲਈ ਲੈਵਲ 1 ਨੋਟਿਸ ਜਾਰੀ ਕੀਤਾ ਹੈ। ਇਸ ਦੇ ਤਹਿਤ ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਭਾਰਤ ਦੀ ਯਾਤਰਾ ਕਰ ਰਹੇ ਨੇ ਤਾਂ ਉਹ ਪੂਰੀ ਤਰ੍ਹਾਂ ਟੀਕਾਕਰਨ ਕਰਵਾਉਣ, ਕਿਉਂਕਿ ਜਿਨ੍ਹਾਂ ਲੋਕਾਂ ਦਾ ਭਾਰਤ ਵਿੱਚ ਪੂਰੀ ਤਰ੍ਹਾਂ ਟੀਕਾਕਰਨ ਹੋ ਚੁੱਕਾ ਹੈ ਉਹਨਾਂ ਨੂੰ ਕੋਵਿਡ-19 ਦੀ ਲਾਗ ਦਾ ਘੱਟ ਖਤਰਾ ਹੈ। ਇਸੇ ਤਰ੍ਹਾਂ ਦਾ ਨੋਟਿਸ CDS ਵੱਲੋਂ ਪਾਕਿਸਤਾਨ ਲਈ ਵੀ ਜਾਰੀ ਕੀਤਾ ਗਿਆ ਹੈ। CDS ਨੇ ਪਾਕਿਸਤਾਨ ਲਈ ਪੱਧਰ 2 ਅਤੇ 3 ਦੀ ਯਾਤਰਾ ਸਲਾਹ ਜਾਰੀ ਕੀਤੀ ਹੈ। CDS ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਹ ਪਾਕਿਸਤਾਨ ਦੀ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਨੇ ਤਾਂ ਉਹਨਾਂ ਨੂੰ ਮੁੜ ਵਿਚਾਰ ਕਰਨ ਦੀ ਲੋੜ ਹੈ। CDS ਨਾਗਰਿਕਾਂ ਨੂੰ ਅਪੀਲ ਕਰਦੀ ਹੈ ਕਿ ਪਾਕਿਸਤਾਨ ਵਿੱਚ ਅੱਤਵਾਦ ਅਤੇ ਫਿਰਕੂ ਹਿੰਸਾ ਸਿਖਰ ਤੇ ਹੈ। ਇਸ ਲਈ ਨਾਗਰਿਕਾਂ ਨੂੰ ਯਾਤਰਾ ਕਰਨ ਤੋਂ ਪਹਿਲਾਂ ਦੁਬਾਰਾ ਸੋਚਣਾ ਚਾਹੀਦਾ ਹੈ। ਅਮਰੀਕੀ ਨਾਗਰਿਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਜੇਕਰ ਉਹ ਪਾਕਿਸਤਾਨ ਦੀ ਯਾਤਰਾ ਕਰ ਰਹੇ ਨੇ ਤਾਂ ਉਹ ਬਲੋਚਿਸਤਾਨ ਸੂਬੇ ਅਤੇ ਖੈਬਰ ਪਖਤੂਨਖਵਾ ਸੂਬੇ ਦੀ ਯਾਤਰਾ ਨਾ ਕਰਨ। ਇਸ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਦੋਹਾਂ ਸੂਬਿਆਂ ਵਿੱਚ ਅੱਤਵਾਦ, ਅਗਵਾ ਦੀਆਂ ਘਟਨਾਵਾਂ ਤੇਜ਼ੀ ਨਾਲ ਵਧ ਰਹੀਆਂ ਅਤੇ ਇੱਥੇ ਹਥਿਆਰਬੰਦ ਟਕਰਾਅ ਦੀ ਸੰਭਾਵਨਾ ਹੈ। ਭਾਰਤੀਆਂ ਲਈ ਜਾਰੀ ਐਡਵਾਈਜ਼ਰੀ ਵਿੱਚ ਅਮਰੀਕੀ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਭਾਰਤ ਯਾਤਰਾ ਦੌਰਾਨ ਜੰਮੂ ਕਸ਼ਮੀਰ ਦੀ ਯਾਤਰਾ ਨਾ ਕਰਨ, ਕਿਉਂਕਿ ਉੱਥੇ ਅੱਤਵਾਦੀ ਘਟਨਾਵਾਂ ਤੇਜ਼ੀ ਨਾਲ ਵਾਪਰ ਰਹੀਆਂ ਨੇ। ਇਸ ਤੋਂ ਇਲਾਵਾ ਭਾਰਤ ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਅੰਦਰ ਵੀ ਨਾ ਜਾਣ, ਕਿਉਂਕਿ ਇਸ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਿਆ ਹੋਇਆ ਹੈ। CDS ਦੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਕਿ ਰਿਪੋਰਟ ਮੁਤਾਬਿਕ ਭਾਰਤ ਵਿੱਚ ਜਬਰ ਜਨਾਹ ਅਤੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਅਜਿਹੇ ਮਾਮਲੇ ਖਾਸ ਕਰਕੇ ਸੈਰ ਸਪਾਟਾ ਸਥਾਨਾਂ ਤੇ ਵਾਪਰ ਰਹੇ ਨੇ। ਇਸ ਲਈ ਅਮਰੀਕੀ ਨਾਗਰਿਕਾਂ ਨੂੰ ਸਾਵਧਾਨੀ ਵਰਤਣ ਲਈ ਕਿਹਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਆਨਲਾਈਨ ਬੈਠਕ ਕੀਤੀ ਅਤੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੁਕਾਬਲਾ ਟਕਰਾਅ ਵਿੱਚ ਨਾ ਬਦਲੇ। ਦੋਵਾਂ ਨੇਤਾਵਾਂ ਨੇ ਇਹ ਮੁਲਾਕਾਤ ਅਮਰੀਕਾ ਅਤੇ ਚੀਨ ਦੇ ਮੌਜੂਦਾ ਤਣਾਅਪੂਰਨ ਸਬੰਧਾਂ ਦੇ ਪਿਛੋਕੜ ਵਿੱਚ ਕੀਤੀ। ਬਾਈਡਨ ਨੇ ਉੱਤਰ ਪੱਛਮੀ ਚੀਨ ਵਿੱਚ ਉਈਗਰ ਭਾਈਚਾਰੇ ਦੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਹਾਂਗਕਾਂਗ ਵਿੱਚ ਜਮਹੂਰੀ ਵਿਰੋਧ ਪ੍ਰਦਰਸ਼ਨਾਂ ਨੂੰ ਕੁਚਲਣ ਅਤੇ ਸਵੈ ਸ਼ਾਸਿਤ ਤਾਈਵਾਨ ਵਿਰੁੱਧ ਫੌਜੀ ਹਮਲੇ ਸਮੇਤ ਕਈ ਮੁੱਦਿਆਂ ਤੇ ਬੀਜਿੰਗ ਦੀ ਆਲੋਚਨਾ ਕਰਦੇ ਰਹਿੰਦੇ ਨੇ। ਉੱਥੇ ਹੀ ਸ਼ੀ ਦੇ ਅਧਿਕਾਰੀਆਂ ਨੇ ਬਾਈਡਨ ਪ੍ਰਸ਼ਾਸਨ ਤੇ ਚੀਨ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਦੇਣ ਦਾ ਦੋਸ਼ ਲਗਾਉਂਦੇ ਹੋਏ ਨਿਸ਼ਾਨਾ ਵਿੰਨ੍ਹਿਆ। ਬਾਈਡਨ ਨੇ ਬੈਠਕ ਦੀ ਸ਼ੁਰੂਆਤ ਵਿੱਚ ਕਿਹਾ, ਚੀਨ ਅਤੇ ਅਮਰੀਕਾ ਦੇ ਨੇਤਾਵਾਂ ਦੇ ਰੂਪ ਵਿੱਚ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਕਰੀਏ ਕਿ ਸਾਡੇ ਦੇਸ਼ਾਂ ਵਿਚਾਲੇ ਮੁਕਾਬਲਾ ਟਕਰਾਅ ਵਿੱਚ ਨਾ ਬਦਲੇ। ਇਸ ਦੀ ਬਜਾਏ ਇਹ ਸਧਾਰਨ ਅਤੇ ਸਿੱਧਾ ਮੁਕਾਬਲਾ ਬਣਿਆ ਰਹੇ। ਬਾਈਡਨ ਆਨਲਾਈਨ ਬੈਠਕ ਕਰਨ ਦੀ ਬਜਾਏ ਸ਼ੀ ਨੂੰ ਆਮੋ ਸਾਹਮਣੇ ਮਿਲਣਾ ਚਾਹੁੰਦੇ ਸਨ, ਪਰ ਚੀਨ ਦੇ ਰਾਸ਼ਟਰਪਤੀ ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਕਾਰਨ ਕੁਝ ਸਮਾਂ ਪਹਿਲਾਂ ਤੋਂ ਹੀ ਦੇਸ਼ ਤੋਂ ਬਾਹਰ ਨਹੀਂ ਗਏ। ਵਾਈਟ ਹਾਊਸ ਨੇ ਦੁਬਾਰਾ ਇੱਕ ਆਨਲਾਈਨ ਮੀਟਿੰਗ ਦਾ ਪ੍ਰਸਤਾਵ ਦਿੱਤਾ ਤਾਂ ਕਿ ਦੋਵੇਂ ਨੇਤਾ ਰਿਸ਼ਤਿਆਂ ਵਿੱਚ ਤਣਾਅ ਬਾਰੇ ਸਪਸ਼ਟ ਗੱਲਬਾਤ ਕਰ ਸਕਣ। ਸ਼ੀ ਨੇ ਬਾਈਡਨ ਨੂੰ ਕਿਹਾ ਕਿ ਦੋਵਾਂ ਧਿਰਾਂ ਨੂੰ ਗੱਲਬਾਤ ਵਿੱਚ ਸੁਧਾਰ ਕਰਨ ਦੀ ਲੋੜ ਹੈ। ਦੋਵੇਂ ਨੇਤਾ ਉਸ ਸਮੇਂ ਇਕੱਠੇ ਯਾਤਰਾ ਕਰ ਚੁੱਕੇ ਨੇ ਜਦੋਂ ਦੋਵੇਂ ਹੀ ਆਪੋ ਆਪਣੇ ਦੇਸ਼ ਦੇ ਉਪ ਰਾਸ਼ਟਰਪਤੀ ਸਨ। ਸ਼ੀ ਨੇ ਬਾਈਡਨ ਨੂੰ ਪੁਰਾਣਾ ਦੋਸਤ ਦੱਸਿਆ ਅਤੇ ਕਿਹਾ, ਰਾਸ਼ਟਰਪਤੀ ਬਾਈਡਨ, ਮੈਂ ਤੁਹਾਡੇ ਨਾਲ ਕੰਮ ਕਰਨ, ਆਪਸੀ ਸਹਿਮਤੀ ਬਣਾਉਣ, ਕਿਰਿਆਸ਼ੀਲ ਕਦਮ ਚੁੱਕਣ ਤੇ ਚੀਨ ਅਮਰੀਕਾ ਸੰਬੰਧਾਂ ਨੂੰ ਸਕਾਰਾਤਮਕ ਦਿਸ਼ਾ ਵਿੱਚ ਲਿਜਾਉਣ ਲਈ ਤਿਆਰ ਹਾਂ। ਚੀਨੀ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਤਾਈਵਾਨ ਗੱਲਬਾਤ ਲਈ ਉਹਨਾਂ ਦਾ ਪ੍ਰਮੁੱਖ ਮੁੱਦਾ ਹੋਵੇਗਾ। ਜ਼ਿਕਰਯੋਗ ਹੈ ਕਿ ਚੀਨੀ ਫੌਜ ਵੱਲੋਂ ਤਾਈਵਾਨ ਨੇੜੇ ਲੜਾਕੂ ਜਹਾਜ਼ ਭੇਜਣ ਤੋਂ ਬਾਅਦ ਉੱਥੇ ਤਣਾਅ ਵੱਧ ਗਿਆ। ਚੀਨ ਸਵੈ ਸ਼ਾਸਿਤ ਤਾਈਵਾਨ ਨੂੰ ਆਪਣਾ ਖੇਤਰ ਦੱਸਦਾ ਹੈ। ਅਮਰੀਕਾ ਦੇ ਡੇਨਵਰ ਸ਼ਹਿਰ ਦੇ ਔਰੋਰਾ ਸੈਂਟਰਲ ਹਾਈ ਸਕੂਲ ਨੇੜੇ ਇੱਕ ਪਾਰਕ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ। ਇਸ ਗੋਲੀਬਾਰੀ ਵਿੱਚ 6 ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਜ਼ਖਮੀਆਂ ਦੀ ਜਾਨ ਨੂੰ ਕੋਈ ਖਤਰਾ ਨਹੀਂ। ਪੁਲਿਸ ਮੁਖੀ ਵੈਨੇਸਾ ਵਿਲਸਨ ਨੇ ਦੱਸਿਆ ਕਿ ਜ਼ਖਮੀ ਨੌਜਵਾਨਾਂ ਦੀ ਉਮਰ 14 ਤੋਂ 18 ਸਾਲ ਦੇ ਵਿਚਕਾਰ ਹੈ।
ਉਹਨਾਂ ਨੇ ਕਿਹਾ ਕਿ ਮੌਕੇ ਤੇ ਮਿਲੇ ਸਬੂਤਾਂ ਤੋਂ ਪਤਾ ਚੱਲਦਾ ਕਿ ਵੱਖ-ਵੱਖ ਤਰ੍ਹਾਂ ਦੀਆਂ ਬੰਦੂਕਾਂ ਤੋਂ ਕਈ ਗੋਲੀਆਂ ਚਲਾਈਆਂ ਗਈਆਂ ਸਨ। ਉਹਨਾਂ ਨੇ ਕਿਹਾ ਕਿ ਜ਼ਖਮੀ ਵਿਦਿਆਰਥੀਆਂ ਵਿੱਚੋਂ ਇੱਕ ਦੀ ਐਮਰਜੈਂਸੀ ਸਰਜਰੀ ਕੀਤੀ ਗਈ। ਸਕੂਲ ਦੀ ਵਿਦਿਆਰਥਣ ਆਰਿਆ ਮੈਕਲੇਨ 15 ਸਾਲ ਨੇ ਦੱਸਿਆ ਕਿ ਜਦੋਂ ਉਹ ਸਕੂਲ ਦੇ ਫੁੱਟਬਾਲ ਮੈਦਾਨ ਵੱਲ ਜਾ ਰਹੀ ਸੀ ਤਾਂ ਉਸਨੇ ਗੋਲੀਆਂ ਚੱਲਣ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੀਆਂ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਅਮਰੀਕਾ ਵਿੱਚ ਲੋਅਰ ਮੇਰੀਅਨ ਹਾਈ ਸਕੂਲ ਦੇ ਪ੍ਰਿੰਸੀਪਲ ਸੀਨ ਹਿਊਜ਼ ਦੀ ਬੀਤੇ ਦਿਨ ਨਿਊ ਜਰਸੀ ਦੇ ਵਿੰਸੋਲਾ ਟਾਊਨਸ਼ਿਪ ਵਿੱਚ ਹੋਏ ਇੱਕ ਸੜਕ ਕਾਰ ਹਾਦਸੇ ਵਿੱਚ ਮੌਤ ਹੋ ਗਈ। ਸੀਨ ਹਾਊਸ 14 ਸਾਲਾਂ ਤੋਂ ਲੋਅਰ ਮੇਰੀਅਨ ਹਾਈ ਸਕੂਲ ਵਿੱਚ ਪ੍ਰਿੰਸੀਪਲ ਰਹੇ ਨੇ। ਉਹ ਆਪਣੀ ਕਾਰ ਵਿੱਚ ਆਪਣੇ ਬੇਟੇ ਨੂੰ ਦੱਖਣੀ ਜਰਸੀ ਵਿੱਚ ਇੱਕ ਫੁੱਟਬਾਲ ਖੇਡ ਦੇਖਣ ਲਈ ਲਿਜਾ ਰਹੇ ਸਨ। ਇਸ ਹਾਦਸੇ ਵਿੱਚ ਉਹਨਾਂ ਦੇ ਪੁੱਤਰ ਨੋਲਨ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦੇ ਪੂਰੀ ਤਰ੍ਹਾਂ ਠੀਕ ਹੋਣ ਦੀ ਉਮੀਦ ਹੈ। ਪ੍ਰਿੰਸੀਪਲ ਹਿਊਜ਼ ਦੇ ਪਿੱਛੇ ਉਸ ਦੀ ਪਤਨੀ ਕ੍ਰਿਸਟੀ ਅਤੇ ਉਹਨਾਂ ਦੇ 3 ਬੱਚੇ ਜੈਕ, ਨੋਲਨ ਅਤੇ ਕੇਟ ਨੇ। ਹਾਰਲੇਸੀਵਿਲੇ, ਮੌਂਟਗੋਮਰੀ ਕਾਉਂਟੀ, ਪੈਂਸਿਲਵੇਨੀਆ ਤੋਂ ਹਿਊਜ਼ 51 ਸਾਲਾ ਲੋਅਰ ਮੈਰੀਅਨ ਵਿੱਚ 14 ਸਾਲਾਂ ਤੋਂ ਬਤੌਰ ਪ੍ਰਿੰਸੀਪਲ ਸੀ ਅਤੇ ਕਮਿਊਨਿਟੀ ਵਿੱਚ ਉਹ ਇੱਕ ਬੜੀ ਪਿਆਰੀ ਹਸਤੀ ਸੀ। ਉਹ ਕੇਂਦਰੀ ਐਥਲੈਟਿਕ ਲੀਗ ਦੇ ਪ੍ਰਿੰਸੀਪਲ ਵੀ ਸੀ। ਹਾਈ ਸਕੂਲ ਦੇ ਮੌਜੂਦਾ ਅਤੇ ਸਾਬਕਾ ਵਿਦਿਆਰਥੀ, ਫੈਕਲਟੀ ਅਤੇ ਸਟਾਫ ਹਿਊਜ਼ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਅਤੇ ਉਹਨਾਂ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਕਰਨ ਲਈ ਉਹਨਾਂ ਦੇ ਘਰ ਦੁੱਖ ਸਾਂਝਾ ਕਰਨ ਲਈ ਪੁੱਜੇ। ਕੈਲੀਫੋਰਨੀਆ ਵਿੱਚ ਵੱਧ ਰਹੀਆਂ ਗੈਸਾਂ ਦੀਆਂ ਕੀਮਤਾਂ ਨੇ ਖਪਤਕਾਰਾਂ ਉੱਪਰ ਨਵਾਂ ਵਿੱਤੀ ਬੋਝ ਪਾ ਦਿੱਤਾ ਹੈ। ਵਿਸ਼ੇਸ਼ ਕਰਕੇ ਘੱਟ ਆਮਦਨੀ ਵਾਲੇ ਲੋਕਾਂ ਉੱਪਰ ਅਸਰ ਪੈ ਰਿਹਾ ਹੈ। ਲੰਘੇ ਐਤਵਾਰ ਗੈਸ ਦੀ ਕੀਮਤ ਰਿਕਾਰਡ $4.676 ਪ੍ਰਤੀ ਗੈਲਨ ਤੇ ਪੁੱਜ ਗਈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਇਸ ਤੋਂ ਪਹਿਲਾਂ ਗੈਸ ਦੀ ਕੀਮਤ ਵਿੱਚ ਅਕਤੂਬਰ 2012 ਵਿੱਚ ਰਿਕਾਰਡ ਵਾਧਾ ਹੋਇਆ ਸੀ ਤੇ ਔਸਤ ਕੀਮਤ $4.671 ਤੇ ਪੁੱਜ ਗਈ ਸੀ, ਪਰੰਤੂ ਇਸ ਸਮੇਂ ਗੈਸ ਦੀ ਕੀਮਤ ਅਕਤੂਬਰ 2012 ਦੇ ਪੱਧਰ ਨੂੰ ਵੀ ਪਾਰ ਕਰ ਗਈ ਹੈ। ਇਸ ਸਮੇਂ ਅਮਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਕੈਲੀਫੋਰਨੀਆ ਵਿੱਚ ਪੂਰੇ ਦੇਸ਼ ਨਾਲੋਂ ਗੈਸ ਦੀ ਵੱਧ ਕੀਮਤ ਖਪਤਕਾਰਾਂ ਨੂੰ ਦੇਣੀ ਪੈ ਰਹੀ ਹੈ। ਅਮਰੀਕਨ ਆਟੋਮੋਬਾਈਲ ਐਸੋਸੀਏਸ਼ਨ ਅਨੁਸਾਰ ਉੱਤਰੀ ਕੈਲੀਫੋਰਨੀਆ ਵਿੱਚ ਪਈ ਭਾਰੀ ਬਾਰਿਸ਼ ਦੇ ਤੂਫਾਨ ਨੇ ਉਤਪਾਦਨ ਨੂੰ ਪ੍ਰਭਾਵਿਤ ਕੀਤਾ, ਜਿਸ ਦਾ ਅਸਰ ਦੱਖਣੀ ਕੈਲੀਫੋਰਨੀਆ ਉੱਪਰ ਵੀ ਪਿਆ ਹੈ। ਬਿਲਕੁਲ ਇਸੇ ਤਰ੍ਹਾਂ ਲੂਸੀਆਨਾ ਵਿੱਚ ਵੀ ਆਏ ਤੂਫਾਨ ਕਾਰਨ ਹੋਇਆ ਸੀ। ਦੱਖਣੀ ਕੈਲੀਫੋਰਨੀਆ ਦੀ ਆਟੋਮੋਬਾਈਲ ਕਲੱਬ ਦੇ ਕਾਰਪੋਰੇਸ਼ਨ ਕਮਿਊਨੀਕੇਸ਼ਨ ਮੈਨੇਜਰ ਜੈਫਰੀ ਸ਼ੈਪਰਿੰਗ ਨੇ ਇਸ ਸੰਬੰਧੀ ਕਿਹਾ ਕਿ ਸਪਲਾਈ ਦੀ ਸੁਸਤ ਰਫ਼ਤਾਰ ਕਾਰਨ ਗੈਸ ਦੀ ਕੀਮਤ ਵਧੀ ਹੈ। ਉਹਨਾਂ ਕਿਹਾ ਜਦੋਂ ਤੱਕ ਉੱਤਰੀ ਕੈਲੀਫੋਰਨੀਆ ਵਿਚਲੀਆਂ ਤੇਲ ਸ਼ੋਧਕ ਇਕਾਈਆਂ ਪੂਰੀ ਸਮਰੱਥਾ ਨਾਲ ਕੰਮ ਨਹੀਂ ਕਰਨਗੀਆਂ, ਉਦੋਂ ਤੱਕ ਇਹ ਸੰਕਟ ਰਹਿ ਸਕਦਾ ਹੈ। ਐਸੋਸੀਏਸ਼ਨ ਦੇ ਬੁਲਾਰੇ ਡਗ ਸ਼ੂਪ ਅਨੁਸਾਰ ਉੱਤਰੀ ਕੈਲੀਫੋਰਨੀਆ ਦੇ ਹਮਬੋਲਡਟ ਕਾਉਂਟੀ ਸਮੇਤ ਕੁਝ ਖੇਤਰਾਂ ਵਿੱਚ ਗੈਸ ਦੀ ਕੀਮਤ $5 ਪ੍ਰਤੀ ਗੈਲਨ ਤੱਕ ਪਹੁੰਚ ਗਈ ਹੈ। ਹੈਮਬੋਲਟ ਕਾਉਂਟੀ ਵਿੱਚ ਲੰਘੇ ਐਤਵਾਰ ਔਸਤ ਕੀਮਤ $4.968 ਸੀ। ਬੇ ਏਰੀਆ ਵਿੱਚ ਕੀਮਤ $4.80 ਤੋਂ ਵੱਧ ਸੀ। ਸ਼ੂਪ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਮੇਂ ਡਰਾਈਵਰਾਂ ਨੂੰ ਪ੍ਰਤੀ ਗੈਲਨ $1.50 ਵੱਧ ਦੇਣੇ ਪੈ ਰਹੇ ਨੇ। ਇਸ ਤਰ੍ਹਾਂ ਇੱਕ 14 ਗੈਲਨ ਦੀ ਸਮਰੱਥਾ ਵਾਲੀ ਟੈਂਕੀ ਨੂੰ ਭਰਵਾਉਣ ਵਾਸਤੇ ਪਿਛਲੇ ਸਾਲ ਦੀ ਤੁਲਨਾ ਵਿੱਚ $21 ਵੱਧ ਦੇਣੇ ਪੈ ਰਹੇ ਨੇ। ਸ਼ੂਪ ਅਨੁਸਾਰ ਗੈਸ ਕੀਮਤ ਵਧਣ ਦਾ ਬੁਨਿਆਦੀ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਹੋਇਆ ਵਾਧਾ ਹੈ। ਉਹਨਾਂ ਕਿਹਾ ਕਿ ਇਸ ਸਰਦ ਰੁੱਤ ਦੌਰਾਨ ਘੱਟ ਆਮਦਨੀ ਵਾਲੇ ਪਰਿਵਾਰਾਂ ਨੂੰ ਕਮਰਿਆਂ ਨੂੰ ਗਰਮ ਰੱਖਣ ਵਾਸਤੇ ਵੱਧ ਕੀਮਤ ਤਾਰਨੀ ਪਵੇਗੀ। ਭਾਰਤੀ ਮੂਲ ਦੀ ਅਮਰੀਕਨ ਬੱਚੀ ਰੇਸ਼ਮਾ ਕੋਸਾਰਾਜੂ ਨੇ ਬੱਚਿਆਂ ਦਾ ਵਾਤਾਵਰਣ ਪੁਰਸਕਾਰ ਜਿੱਤਿਆ। 15 ਸਾਲਾ ਰੇਸ਼ਮਾ ਕੋਸਾਰਾਜੂ ਸਾਰਾਟੋਆ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ। ਉਸ ਨੂੰ ਇਹ ਪੁਰਸਕਾਰ ਜੰਗਲਾਂ ਨੂੰ ਲੱਗਦੀਆਂ ਅੱਗਾਂ ਦਾ ਹੱਲ ਕੱਢਣ ਦੇ ਉਦੇਸ਼ ਨਾਲ ਸਾਹਸੀ ਪਹੁੰਚ ਅਪਣਾਉਣ ਲਈ ਦਿੱਤਾ ਗਿਆ ਹੈ। ਜੱਜਾਂ ਦੀ ਕਮੇਟੀ ਨੇ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਕਿ ਵਾਤਾਵਰਣ ਤਬਦੀਲੀ ਤੇ ਜੰਗਲਾਂ ਨੂੰ ਲੱਗਦੀਆਂ ਅੱਗਾਂ ਇੱਕ ਦੂਸਰੇ ਨਾਲ ਜੁੜੇ ਹੋਏ ਮੁੱਦੇ ਨੇ। ਇਹਨਾਂ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਇਸ ਸਬੰਧ ਵਿੱਚ ਰੇਸ਼ਮਾ ਕੋਸਾਰਾਜੂ ਦੀ ਪਹੁੰਚ ਕਾਬਿਲੇ ਤਾਰੀਫ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦਾ ਇੱਕ ਵਫਦ 17 ਨਵੰਬਰ ਨੂੰ ਸਵੇਰੇ ਕਰੀਬ 11 ਵਜੇ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਕਰੇਗਾ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਭਵਨ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਗੱਲਬਾਤ ਦੌਰਾਨ ਕਈ ਮੰਗਾਂ ਰੱਖੀਆਂ ਜਾਣਗੀਆਂ। ਉਹਨਾਂ ਦੱਸਿਆ ਕਿ ਮੁੱਖ ਮੰਗਾਂ ਵਿੱਚ DAP ਦੀ ਲੋੜੀਂਦਾ ਸਟਾਕ ਅਤੇ ਸਮੇਂ ਦੇ ਸਪਲਾਈ, ਝੋਨੇ ਦੀ ਖਰੀਦ ਜਾਰੀ ਰੱਖਣ, ਗੁਲਾਬੀ ਸੁੰਡੀ ਨਾਲ ਨਸ਼ਟ ਹੋਈ ਕਪਾਹ ਅਤੇ ਮੱਕੀ ਦੀ ਫਸਲ ਦਾ ਮੁਆਵਜ਼ਾ, ਕਿਸਾਨਾਂ ਦਾ ਕਰਜ਼ਾ, ਫਿਰੋਜ਼ਪੁਰ ਦੀ ਘਟਨਾ ਵਿੱਚ ਸ਼ਾਮਿਲ ਅਕਾਲੀ ਨੇਤਾਵਾਂ ਦੀ ਗ੍ਰਿਫਤਾਰੀ, ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਵਾਰਿਸਾਂ ਨੂੰ ਜਲਦੀ ਮੁਆਵਜ਼ਾ ਅਤੇ ਰੋਜ਼ਗਾਰ ਦੀ ਵਿਵਸਥਾ, ਸਬਜ਼ੀ ਉਤਪਾਦਕਾਂ ਨੂੰ ਬਿਜਲੀ ਦੀ ਸਪਲਾਈ ਯਕੀਨੀ ਕਰਨ ਤੋਂ ਇਲਾਵਾ ਖੇਤੀ ਦੇ ਹੋਰ ਮੁੱਦਿਆਂ ਨੂੰ ਵੀ ਚੁੱਕਿਆ ਜਾਵੇਗਾ। ਅਫਗਾਨਿਸਤਾਨ ਤੋਂ 10 ਸਿੱਖ ਸ਼ਰਧਾਲੂ ਅੱਜ ਤੋਰਖਾਮ ਸਰਹੱਦ ਰਾਹੀਂ ਪਾਕਿਸਤਾਨ ਵਿੱਚ ਦਾਖਲ ਹੋਏ ਨੇ। ਉਹ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਪਾਕਿਸਤਾਨ ਆਏ ਨੇ। ਇਹਨਾਂ 10 ਸਿੱਖ ਸ਼ਰਧਾਲੂਆਂ ਵਿੱਚ 6 ਪੁਰਸ਼ ਅਤੇ 4 ਔਰਤਾਂ ਸ਼ਾਮਿਲ ਨੇ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਲਈ ਵਿਸ਼ਵ ਭਰ ਤੋਂ 8000 ਤੋਂ ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਦੀ ਯਾਤਰਾ ਕਰਨਗੇ। ਪਾਕਿਸਤਾਨ ਆਉਣ ਵਾਲੇ ਯਾਤਰੀ ਪੰਜਾਬ ਸੂਬੇ ਦੇ ਲਾਹੌਰ ਨੇੜੇ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪ੍ਰਕਾਸ਼ ਪੁਰਬ ਮੌਕੇ ਹੋਣ ਵਾਲੇ ਸਮਾਗਮਾਂ ਵਿੱਚ ਸ਼ਾਮਿਲ ਹੋਣਗੇ। ਗੁਰਦੁਆਰਾ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਜਨਮ ਅਸਥਾਨ ਵਜੋਂ ਜਾਣਿਆ ਜਾਂਦਾ ਹੈ। ਪਾਕਿਸਤਾਨ ਵਿੱਚ ਆਪਣੀ ਠਹਿਰ ਦੌਰਾਨ ਸਿੱਖ ਸ਼ਰਧਾਲੂ ਨਨਕਾਣਾ ਸਾਹਿਬ ਵਿੱਚ ਗੁਰਦੁਆਰਾ ਜਨਮ ਅਸਥਾਨ ਸਾਹਿਬ ਅਤੇ ਕਰਤਾਰਪੁਰ ਸਾਹਿਬ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਸਣੇ ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਨਗੇ। ਬ੍ਰਿਟੇਨ ਸਰਕਾਰ ਨੇ ਕੋਵਿਡ-19 ਵੈਕਸੀਨ ਬੂਸਟਰ ਪ੍ਰੋਗਰਾਮ ਦੇ ਦਾਇਰੇ ਵਿੱਚ ਨੌਜਵਾਨਾਂ ਨੂੰ ਵੀ ਸ਼ਾਮਿਲ ਕਰਨ ਦੀ ਸੋਮਵਾਰ ਨੂੰ ਮਨਜ਼ੂਰੀ ਦਿੱਤੀ। ਸਰਕਾਰ ਨੂੰ ਉਮੀਦ ਹੈ ਕਿ ਇਸ ਦੇ ਜ਼ਰੀਏ ਉਹ ਸਰਦੀਆਂ ਦੇ ਮਹੀਨਿਆਂ ਦੌਰਾਨ ਇਨਫੈਕਸ਼ਨ ਦੀ ਨਵੀਂ ਲਹਿਰ ਨੂੰ ਰੋਕਣ ਵਿੱਚ ਸਫਲ ਰਹੇਗੀ। ਟੀਕਾਕਰਨ ਬਾਰੇ ਸਾਂਝੀ ਕਮੇਟੀ ਨੇ ਕਿਹਾ ਕਿ 40 ਤੋਂ 49 ਸਾਲ ਉਮਰ ਵਰਗ ਦੇ ਲੋਕ ਵੀ ਉਹਨਾਂ ਦੇ ਸ਼ੁਰੂਆਤੀ ਟੀਕੇ ਦੇ 6 ਮਹੀਨੇ ਬਾਅਦ ਵਾਧੂ ਖੁਰਾਕ ਲੈਣ ਦੇ ਯੋਗ ਹੋਣਗੇ। ਇਸ ਤੋਂ ਪਹਿਲਾਂ 50 ਅਤੇ ਇਸ ਤੋਂ ਵੱਧ ਉਮਰ ਦੇ ਲੋਕ ਇਸ ਲਈ ਯੋਗ ਸਨ। ਇਹ ਫੈਸਲਾ ਉਦੋਂ ਕੀਤਾ ਗਿਆ ਜਦੋਂ ਯੂਕੇ ਦੇ ਇੱਕ ਸੀਨੀਅਰ ਅਧਿਕਾਰੀ ਨੇ ਸਕਾਈ ਨਿਊਜ਼ ਨੂੰ ਦੱਸਿਆ ਕਿ ਟੀਕਾਕਰਨ ਪ੍ਰੋਗਰਾਮ ਕ੍ਰਿਸਮਸ ਤੇ ਪਾਬੰਦੀਆਂ ਨੂੰ ਮੁੜ ਤੋਂ ਲਾਗੂ ਹੋਣ ਤੋਂ ਰੋਕਣ ਦਾ ਸਭ ਤੋਂ ਵਧੀਆ ਮੌਕਾ ਪ੍ਰਦਾਨ ਕਰਦਾ ਹੈ। ਕੰਜ਼ਰਵੇਟਿਵ ਪਾਰਟੀ ਦੇ ਮੁਖੀ ਓਲੀਵਰ ਡਾਊਟੇਨ ਨੇ ਕਿਹਾ, ਇਹ ਸਾਡੇ ਹੱਥਾਂ ਵਿੱਚ ਹੈ। ਉਹਨਾਂ ਕਿਹਾ, ਜੇਕਰ ਸਾਨੂੰ ਲੋੜ ਪੈਣ ਤੇ ਵਾਧੂ ਖੁਰਾਕ ਮਿਲ ਜਾਂਦੀ ਹੈ ਤਾਂ ਇਹ ਕੋਵਿਡ ਵਿਰੁੱਧ ਸਾਡੀ ਸਭ ਤੋਂ ਮਜ਼ਬੂਤ ਸੁਰੱਖਿਆ ਹੋਵੇਗੀ। ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਕੋਲ ਬੈਠਣ ਵਾਲੇ ਹੁਸ਼ਿਆਰ ਸਹਿਪਾਠੀ ਆਪਣੇ ਤੋਂ ਕਮਜ਼ੋਰ ਸਹਿਪਾਠੀ ਦੇ ਪ੍ਰੀਖਿਆ ਅੰਕਾਂ ਨੂੰ ਵਧਾਉਣ ਵਿੱਚ ਮਦਦ ਕਰ ਸਕਦੇ ਨੇ, ਪਰ ਇਸ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿ ਇਹ ਸਹਿਕਰਮੀ ਪ੍ਰਭਾਵ ਅਸਲ ਵਿੱਚ ਸਹਿਪਾਠੀਆਂ ਦੇ ਵਿਚਾਲੇ ਕਿਵੇਂ ਹੁੰਦਾ ਹੈ। ਅਜਿਹਾ ਇਸ ਲਈ ਕਿ ਕਿਉਂਕਿ ਜਿਸ ਸਿਸਟਮ ਦੇ ਮਾਧਿਅਮ ਨਾਲ ਸਹਿਪਾਠੀ ਹੋਰ ਵਿਦਿਆਰਥੀਆਂ ਨੂੰ ਪੋਜ਼ਿਟਿਵ ਢੰਗ ਨਾਲ ਪ੍ਰਭਾਵਿਤ ਕਰਦੇ ਨੇ, ਉਹਨਾਂ ਨੂੰ ਦਰਸਾਉਣਾ ਮੁਸ਼ਕਿਲ ਹੈ। ਅਧਿਐਨ ਦੇ ਨਤੀਜੇ ਇਹ ਸਮਝਣ 'ਚ ਮਦਦ ਕਰਦੇ ਨੇ ਕਿ ਸਹਿਪਾਠੀ ਪ੍ਰਭਾਵ ਕਿਵੇਂ ਕੰਮ ਕਰਦੇ ਨੇ। ਅਧਿਐਨ ਵਿੱਚ ਪਾਇਆ ਗਿਆ ਕਿ ਜਦੋਂ ਕੋਈ ਬੱਚਾ ਚੰਗੇ ਨੰਬਰ ਲਿਆਉਣ ਵਾਲੇ ਸਾਥੀਆਂ ਦੇ ਨਾਲ ਕਲਾਸ 'ਚ ਹੁੰਦਾ ਹੈ ਤਾਂ ਮਾਤਾ-ਪਿਤਾ ਉਸ ਤੇ ਜ਼ਿਆਦਾ ਧਿਆਨ ਦੇਣ ਲੱਗਦੇ ਨੇ। ਇਟਲੀ ਵਿੱਚ ਸਿੱਖ ਭਾਈਚਾਰਾ ਜਿੱਥੇ ਦ੍ਰਿੜ ਇਰਾਦਿਆਂ ਤੇ ਸਖਤ ਮਿਹਨਤਾਂ ਨਾਲ ਕੰਮਕਾਰਾਂ ਅਤੇ ਹੋਰ ਵਿਦਿਅਕ ਖੇਤਰਾਂ 'ਚ ਕਾਮਯਾਬੀ ਦਾ ਨਵਾਂ ਇਤਿਹਾਸ ਰਚ ਰਿਹਾ ਹੈ, ਉੱਥੇ ਹੀ ਸਦਾ ਹੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਗੁਰਬਾਣੀ ਦਾ ਆਸਰਾ ਲੈਂਦਿਆਂ ਮਨੁੱਖਤਾ ਦੇ ਭਲੇ ਹਿੱਤ ਤੇ ਇਟਲੀ 'ਚ ਜਨਮੀ ਸਿੱਖ ਨੌਜਵਾਨ ਪੀੜ੍ਹੀ ਨੂੰ ਮਹਾਨ ਸਿੱਖ ਧਰਮ ਨਾਲ ਜੋੜਨ ਲਈ ਗੁਰਦੁਆਰਾ ਸਾਹਿਬ ਦੀ ਸਥਾਪਨਾ ਕਰਨ 'ਚ ਵੀ ਮੋਹਰੀ ਹੈ। ਅਜਿਹੇ ਕਾਰਜਾਂ 'ਚ ਲਾਸੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੀ ਸੰਗਤ ਦਾ ਵੀ ਉਚੇਚਾ ਜ਼ਿਕਰ ਆਉਂਦਾ ਹੈ, ਜਿਹੜੀ ਕਿ ਆਪਣੀ ਦਸੌਂਦ ਵਿੱਚੋਂ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਜਿਹੜੀਆਂ ਪਹਿਲਾਂ ਕਿਰਾਏ ਉੱਪਰ ਸਨ ਉਹਨਾਂ ਨੂੰ ਮੁੱਲ ਖਰੀਦਣ ਦਾ ਸ਼ਲਾਘਾਯੋਗ ਕਾਰਜ ਕਰ ਰਹੀਆਂ ਨੇ। ਲਾਤੀਨਾ ਜ਼ਿਲ੍ਹਾ ਦਾ ਸ਼ਹਿਰ ਪੁੰਤੀਨੀਆ, ਜਿੱਥੇ ਸੰਗਤਾਂ ਨੇ 13 ਅਗਸਤ 2017 ਨੂੰ ਗੁਰਦੁਆਰਾ ਸਿੰਘ ਸਭਾ ਦੀ ਸਥਾਪਨਾ ਕਿਰਾਏ ਦੀ ਇਮਾਰਤ ਵਿੱਚ ਕੀਤੀ ਸੀ ਤੇ ਅੱਜ ਇਲਾਕੇ ਦੀਆਂ ਸਮੁੱਚੀਆਂ ਸੰਗਤਾਂ ਅਤੇ ਗੁਰਦੁਆਰਾ ਸਾਹਿਬ ਸਿੰਘ ਸਭਾ ਪੁੰਤੀਨੀਆ ਦੀ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ, ਜਿਸ ਨੇ ਕਿ 3-4 ਸਾਲ ਵਿੱਚ ਹੀ ਕਰੋਨਾ ਸੰਕਟ ਦੇ ਚਲਦਿਆਂ ਵੀ ਗੁਰਦੁਆਰਾ ਸਾਹਿਬ ਲਈ ਲੱਖਾਂ ਰੁਪਏ ਦੀ ਮੁੱਲ ਦੀ ਸੁੰਦਰ ਇਮਾਰਤ ਵਿੱਚ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ
ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਿੱਤਾ, ਜਿੱਥੇ ਅੱਜ ਸੂਬੇ ਭਰ ਤੋਂ ਖਰਾਬ ਮੌਸਮ ਹੋਣ ਦੇ ਬਾਵਜੂਦ ਕਾਫਲਿਆਂ ਦੇ ਰੂਪ ਵਿੱਚ ਸੰਗਤਾਂ ਨਤਮਸਤਕ ਹੋਈਆਂ। ਇਸ ਮੌਕੇ ਆਰੰਭੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਵਿਸ਼ਾਲ ਕੀਰਤਨ ਦਰਬਾਰ ਸਜਾਇਆ ਗਿਆ, ਜਿਸ ਵਿੱਚ ਪੰਥ ਦੇ ਨਾਮੀ ਰਾਗੀ ਢਾਡੀ ਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰ ਇਤਿਹਾਸ ਸਰਵਣ ਕਰਵਾਇਆ। ਇਸ ਸਮਾਰੋਹ ਮੌਕੇ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸੇਵਾ ਕਰਨ ਵਾਲੇ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖਸ਼ਿਸ਼ ਸਿਰੋਂ ਪਾਉ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮਹਾਨ ਕਾਰਜ ਮੌਕੇ ਸ਼ਹਿਰ ਸੇਸੇ, ਰੋਮਾਨੋ ਤੇ ਸ਼ਹਿਰ ਪੁੰਤੀਨੀਆ ਦੇ ਮੇਹਰਾਂ ਨੇ ਵੀ ਗੁਰਦੁਆਰਾ ਨਤਮਸਤਕ ਹੋ ਕੇ ਹਾਜ਼ਰੀ ਭਰੀ ਤੇ ਸਿੱਖ ਭਾਈਚਾਰੇ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ। ਆਈ ਸੰਗਤ ਲਈ ਗੁਰੂ ਦੇ ਲੰਗਰ ਅਤੁੱਟ ਵਰਤੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਚੱਲ ਰਿਹਾ ਵਿਵਾਦ ਇੱਕ ਵਾਰੀ ਮੁੜ ਡੂੰਘਾ ਹੁੰਦਾ ਜਾ ਰਿਹਾ ਹੈ। ਸਿੱਧੂ ਨੇ ਸੋਮਵਾਰ ਨੂੰ ਮੁੱਖ ਮੰਤਰੀ ਦਾ ਨਾਂ ਲਏ ਬਿਨਾ ਇੱਕ ਤੋਂ ਬਾਅਦ ਇੱਕ 5 ਟਵੀਟ ਕਰਕੇ ਆਪਣੀ ਹੀ ਸਰਕਾਰ ਤੇ ਹਮਲਾ ਕਰ ਦਿੱਤਾ। ਪੂਰਾ ਦਿਨ ਟਵੀਟ ਕਰਕੇ ਸਰਕਾਰ ਦੇ ਨੌਕਰੀਆਂ ਦੇਣ ਦੇ ਦਾਅਵਿਆਂ ਤੋਂ ਲੈ ਕੇ ਵੱਖ-ਵੱਖ ਐਲਾਨਾਂ ਦੇ ਸੰਬੰਧ ਚੰਨੀ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਦਿੱਤਾ। ਸਿੱਧੂ ਨੇ ਸਵਾਲ ਕੀਤਾ ਕਿ ਜਿਹੜੇ ਲੋਕ 26 ਲੱਖ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਨੇ, ਉਹਨਾਂ ਨੂੰ ਪੁੱਛੋ ਕਿ ਜਿਹੜੀਆਂ 1 ਲੱਖ ਅਸਾਮੀਆਂ ਹਾਲੇ ਵੀ ਖਾਲੀ ਪਈਆਂ ਨੇ, ਉਹਨਾਂ ਨੂੰ ਕਿਉਂ ਨਹੀਂ ਭਰ ਰਹੇ। ਜੇਕਰ ਤੁਹਾਡੇ ਕੋਲ ਪੈਸਾ ਹੈ ਤਾਂ ਸਭ ਤੋਂ ਪਹਿਲਾਂ ਉਹ 1 ਲੱਖ ਅਸਾਮੀਆਂ ਭਰੋ। ਇਸ ਦਾ ਸਭ ਤੋਂ ਸੌਖਾ ਤਰੀਕਾ ਹੈ। ਸਿੱਧੂ ਨੇ ਕਿਹਾ ਕਿ ਇੱਕ ਘਰ 'ਚ 5 ਮੈਂਬਰ ਹੁੰਦੇ ਨੇ, ਇਹਨਾਂ 1 ਲੱਖ ਨੂੰ ਨੌਕਰੀ ਦੇ ਦਿਓਗੇ ਤਾਂ 5 ਲੱਖ ਪਰਿਵਾਰਾਂ ਤੱਕ ਪਹੁੰਚ ਜਾਓਗੇ। ਇਹੀ 5 ਅੱਗੇ 25 ਲੱਖ ਤੱਕ ਆਵਾਜ਼ ਪਹੁੰਚਾਉਣਗੇ। ਪਰ ਦੱਸੋ, ਇਹ 1 ਲੱਖ ਅਸਾਮੀਆਂ ਨਹੀਂ ਭਰੀਆਂ ਗਈਆਂ। ਉਹ ਇਹ ਕਹਿੰਦੇ ਹੋਏ ਵੀ ਸੁਣਾਈ ਦਿੱਤੇ ਕਿ ਇਸ ਵਾਰੀ ਵੋਟ ਸੋਚ ਸਮਝ ਕੇ ਪਾਉਣਾ, ਲਾਲੀਪੌਪ ਦੇਖ ਕੇ ਨਾ ਪਾਉਣਾ। ਮੈਨੂੰ ਕਿਸੇ ਅਹੁਦੇ ਦੀ ਲੋੜ ਨਹੀਂ, ਮੈਂ ਹਰ ਕੁਰਬਾਨੀ ਲਈ ਤਿਆਰ ਹਾਂ। ਮੈਂ ਤੁਹਾਡੇ ਵਰਗੇ ਲੋਕਾਂ ਦੇ ਕਾਰਨ ਸਾਰਾ ਕੁਝ ਛੱਡਿਆ, ਮੰਤਰੀ ਦਾ ਅਹੁਦਾ ਵੀ ਛੱਡਿਆ, ਤਾਂ ਜੋ ਤੁਹਾਡੇ ਵਰਗਿਆਂ ਨੂੰ ਕੋਈ ਬੇਵਕੂਫ ਨਾ ਬਣਾ ਸਕੇ। ਪੇ ਕਮਿਸ਼ਨ ਤਾਂ ਪਹਿਲੇ ਦਿਨ ਤੋਂ ਮਿਲਣਾ ਚਾਹੀਦਾ, ਅਜਿਹਾ ਨਹੀਂ ਹੋਣਾ ਚਾਹੀਦਾ ਕਿ ਆਖਰੀ 3 ਮਹੀਨਿਆਂ 'ਚ ਮਿਲੇ। ਇਸ ਗੱਲ ਨੂੰ ਸਾਰੇ ਸਮਝੋ। ਸਿੱਧੂ ਨੇ ਸੋਮਵਾਰ ਦੁਪਹਿਰ ਨੂੰ ਮੁੱਖ ਮੰਤਰੀ ਖਿਲਾਫ ਉਸ ਸਮੇਂ ਵੀ ਮੋਰਚਾ ਖੋਲ੍ਹ ਦਿੱਤਾ ਜਦੋਂ ਚੰਨੀ ਆਦਮਪੁਰ ਵਿੱਚ ਲੋਕਾਂ ਲਈ ਵੱਡੇ ਐਲਾਨ ਕਰ ਰਹੇ ਸਨ। ਇਹਨਾਂ ਐਲਾਨਾਂ ਤੇ ਭੜ ਕੇ ਸਿੱਧੂ ਨੇ ਚੰਨੀ ਦਾ ਨਾਂ ਲਿਖੇ ਬਿਨਾਂ ਉਹਨਾਂ ਨੂੰ ਪੰਜਾਬ ਦੀ ਵਿੱਤੀ ਹਾਲਤ ਤੇ ਚੁਣੌਤੀ ਦੇ ਦਿੱਤੀ। ਸਿੱਧੂ ਨੇ ਕਿਹਾ ਕਿ ਕਰਜ਼ ਲੈ ਕੇ ਕੰਮ ਕਰਨਾ ਕੋਈ ਰਸਤਾ ਨਹੀਂ ਹੈ। ਟੈਕਸ ਵਿਕਾਸ ਲਈ ਵਰਤੇ ਜਾਣ, ਕਰਜ਼ ਲਾਉਣ ਲਈ ਨਹੀਂ। ਆਪਣੇ ਮਾਡਲ ਦੀ ਗੱਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਸੂਬਿਆਂ ਦੇ ਵਸੀਲਿਆਂ ਦੀ ਚੋਰੀ ਰੋਕਣਾ, ਸਰਕਾਰੀ ਖਜ਼ਾਨੇ ਨੂੰ ਭਰਨਾ ਤੇ ਸੂਬੇ ਦੀ ਆਮਦਨ ਵਧਾ ਕੇ ਲੋਕ ਭਲਾਈ ਸੂਬਾ ਬਣਾਉਣਾ, ਵਿੱਤੀ ਜਵਾਬਦੇਹੀ ਤੇ ਪਾਰਦਰਸ਼ਤਾ ਹੀ ਪੰਜਾਬ ਮਾਡਲ ਦੇ ਥੰਮ ਨੇ। ਹਰ ਯੋਜਨਾ ਦਾ ਐਲਾਨ ਕਰਨ ਤੋਂ ਪਹਿਲਾਂ ਉਸ ਦੀ ਆਮਦਨ ਦੇ ਵਸੀਲੇ ਦੀ ਜਾਣਕਾਰੀ ਦੇਣਾ ਹੀ ਜਵਾਬਦੇਹੀ ਹੈ। ਪਾਰਦਰਸ਼ਤਾ ਹਰ ਮਹੀਨੇ ਸੂਬੇ ਦੀ ਵਿੱਤੀ ਹਾਲਤ ਨੂੰ ਜਨਤਕ ਕਰਨ ਦੀ ਮੰਗ ਕਰਦੀ ਹੈ। ਸਿੱਧੂ ਨੇ ਕਿਹਾ ਕਿ ਇਸ ਸਮੇਂ ਪੰਜਾਬ ਭਾਰਤ ਦੇ ਸਾਰੇ ਸੂਬਿਆਂ 'ਚ ਵੱਡਾ ਕਰਜ਼ ਵਾਲਾ ਸੂਬਾ ਹੈ। ਸੂਬੇ ਦੇ ਕੁੱਲ ਘਰੇਲੂ ਉਤਪਾਦ ਦਾ 50% ਕਰਜ਼ ਹੈ। ਅਸਲੀ ਮੁੱਦਿਆਂ ਤੋਂ ਨਾ ਹਟੋ, ਜਿਸ ਦੀ ਹੁਣ ਹਰ ਪੰਜਾਬੀ ਤੇ ਪਾਰਟੀ ਵਰਕਰ ਮੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਸਵੇਰ ਦੇ ਸਮੇਂ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਸੀ, ਜਿਸ ਵਿੱਚ ਉਹਨਾਂ ਕਿਹਾ ਸੀ ਕਿ ਸਾਰਿਆਂ ਕੋਲ ਅੱਖਾਂ ਨੇ ਪਰ ਵਿਜ਼ਨ ਕਿਸੇ ਕੋਲ ਹੀ ਹੈ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਪੰਜਾਬ ਜਿਸ ਤਰ੍ਹਾਂ ਕਰਜ਼ੇ ਦੇ ਬੋਝ ਵਿੱਚ ਦਬਦਾ ਜਾ ਰਿਹਾ ਹੈ, ਉਸ ਨਾਲ ਸੂਬੇ 'ਚ ਖਾਨਾ ਜੰਗੀ ਦੇ ਹਾਲਾਤ ਬਣ ਰਹੇ ਨੇ। ਸਾਨੂੰ ਇਸ ਬਾਰੇ ਸੋਚਣਾ ਪਵੇਗਾ। ਹਾਲਾਂਕਿ ਉਹਨਾਂ ਦੇ ਇਸ ਬਿਆਨ ਦਾ ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਸੀ, ਪਰ ਸਿੱਧੂ ਨੇ ਇੱਕ ਵਾਰੀ ਮੁੜ 3 ਟਵੀਟ ਕਰਕੇ ਇਹ ਸੰਦੇਸ਼ ਦਿੱਤਾ ਕਿ ਉਹ ਆਪਣੇ ਸਟੈਂਡ ਤੇ ਕਾਇਮ ਨੇ। ਸਿੱਧੂ ਦਾ ਇਹ ਟਵੀਟ ਅਜਿਹੇ ਸਮੇਂ ਆਇਆ ਜਦੋਂ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਆਦਮਪੁਰ ਵਿੱਚ ਲੋਕਾਂ ਲਈ ਵੱਡੇ ਐਲਾਨ ਕਰ ਰਹੇ ਸਨ। ਇਸ ਤੋਂ ਪਹਿਲਾਂ ਵੀ ਜਦੋਂ ਚੰਨੀ ਲੋਕਾਂ ਲਈ ਐਲਾਨ ਕਰਦੇ ਰਹੇ ਨੇ, ਉਦੋਂ ਨਵਜੋਤ ਸਿੰਘ ਸਿੱਧੂ ਟਵਿੱਟਰ ਰਾਹੀਂ ਸਰਕਾਰ ਤੇ ਸਵਾਲ ਉਠਾਉਂਦੇ ਰਹੇ ਨੇ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਕਿ ਅੱਜ ਪੰਜਾਬ ਭਾਰਤ ਦਾ ਸਭ ਤੋਂ ਕਰਜ਼ਦਾਰ ਸੂਬਾ ਹੈ। ਰਾਜ ਦੇ GDP ਦਾ 50% ਕਰਜ਼ ਹੈ। ਸਾਡੇ ਖਰਚ ਦਾ ਅੱਧਾ ਹਿੱਸਾ ਮਹਿੰਗੇ ਕਰਜ਼ੇ ਤੋਂ ਆਉਂਦਾ ਹੈ। ਉਹਨਾਂ ਅਸਲ ਮੁੱਦਿਆਂ ਤੋਂ ਦੂਰ ਨਾ ਹੋਵੋ, ਜਿਨ੍ਹਾਂ ਦੇ ਹੱਲ ਦੀ ਹਰ ਪੰਜਾਬੀ ਤੇ ਪਾਰਟੀ ਵਰਕਰ ਉਮੀਦ ਕਰਦਾ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ।
ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬ ਮੇਲ USA TV ਦੇ ਨਾਲ। ਸਤਿ ਸ੍ਰੀ ਅਕਾਲ।